ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵੱਲ ਤਵੱਜੋ ਦਿਓ। ਸ਼ਾਇਦ ਇਹਨਾਂ ਦਾ ਭਾਵ ਤੁਹਾਡੇ ਖਿਆਲ ਵਿੱਚ ਆ ਸਕੇ। जब हम होते तब तू नाही, अब तू ही मैं नाही। अनल अगम जैसे लहर में ओधद, जल केवल जल माही। जिवें एक प्रमाण द्वारा समझा रहे हैं, सागर दे उपर लहरां हन, लहरां दे विच झग है, बुदबुदे हन। ते जदों लहर मिट जाती है, वह बुदबुदे मिट जाते हैं। फिर की हुंदा है? जल केवल जल माही। जैसे जलते बुध बुदा उपजै बिनसै नीत, जग रचना तैसे रची। कहो नानक सुन मीत। मित्रा प्यारिया तू सुन, जिवें जल दे उपर बुदबुदा उठदा है ते जल दा ही रूप उठिया होया है। जल तू ही उठिया है। फिर जदों मिट जाता है, फिर जल च ही समा जाता है ना, क्योंकि जल च ही उठिया है। इवें ही ये जो आकार हन, उठे ते निराकार चों ही हन। ये संसार रूपी बुदबुदा जिहड़ा है, ये भी वो सत दे विचों ही उठिया होया है। ते संसार विच होर छोटे छोटे झग दे बुदबुदे पैदा हो रहे हैं, वो भी वो सत दे विच ही हो रहे हैं ते विचे ही मिट रहे हैं। जैसे जलते बुदबुदा उपजै बिनसै नीत, लगातार ही पैदा हो रहे हैं ते मिट रहे हैं। थिर नहीं हन बुदबुदे, पर जल ते थिर है ना। एक प्रतीक है, एक प्रमाण है। वैसे तो धरती का जल भी थिर नहीं है, कुछ भी थिर नहीं है, पर समझाउण वास्ते तुहाडे गल समझ विच आ सके भी वैसे ही हो रहा है जिवें जल दे उपर बुदबुदे उठदे हन। ते बुदबुदा बनदा किवें है? हवा द्वारा। हवा ही हुंदी है ना बुदबुदे दे विच। ते इक जल दी छोटी जी परत उपर उठ जाती है, ते हवा निकल गई ते जल दा बुदबुदा मिट गया। बस इन्नी कू गल है। इहो ही कह रहे हैं रविदास जी भी जदों मैं दी हवा निकल गई ते बुदबुदा मिट गया। फिर सूरज किरण होए, जल का जल हुआ राम, ज्योति ज्योत रली संपूर्ण थी आराम। बुदबुदा मिट गया तो सागर ही हो गया ना। ते हवा भरी है बुदबुदे च, है ते कुछ भी नहीं। अहंकार एक हवा ही है ना। हाँ, आम दुनिया दे विच कहिंदे भी हन
ਵੀ ਫਲਾਣੇ ਦੇ ਵਿੱਚ ਬੜੀ ਹਵਾ ਭਰੀ ਹੋਈ ਹੈ। ਦੂਸਰੇ ਕਈ ਵਾਰ ਜ਼ਿਆਦਾ ਹੀ ਹਵਾ ਭਰ ਦੇਣ ਤੇ ਆਦਮੀ ਚੌੜਾ ਹੋ ਜਾਂਦਾ, ਫੁੱਲ ਜਾਂਦਾ। ਕਹਿੰਦੇ ਨਾ ਫੁੱਲਿਆ ਹੋਇਆ ਬੈਠਾ ਦੇਖੋ। ਲੋਕਾਂ ਨੇ ਹਵਾ ਬਹੁਤ ਭਰੀ, ਫੁੱਲ ਗਿਆ। ਫਿਰ ਜਿੰਨਾ ਫੁੱਲੇਗਾ ਉਨਾ ਹੀ ਔਖਾ ਹੀ ਹੋਵੇਗਾ। ਤੇ ਜਿਹੜਾ ਜ਼ਿਆਦਾ ਫੁੱਲ ਜਾਂਦਾ ਹੈ ਸੰਸਾਰ 'ਚ, ਜ਼ਿਆਦਾ ਹਵਾ ਜਿਹਨੂੰ ਮਿਲਦੀ ਹੈ ਚਾਰ ਚੁਫੇਰੇ ਤੋਂ, ਜ਼ਿਆਦਾ ਪ੍ਰਭਤਾ, ਜ਼ਿਆਦਾ ਮਾਣ, ਵਡਿਆਈ, ਉਹ ਓਨਾ ਹੀ ਫੁੱਲਦਾ ਹੈ ਨਾ। ਤੇ ਜਿੰਨਾ ਜ਼ਿਆਦਾ ਫੁੱਲੇਗਾ ਓਨਾ ਔਖਾ ਹੀ ਹੋਵੇਗਾ। ਬੁੱਧ ਫਟਣ ਦਾ ਡਰ ਵੀ ਜ਼ਿਆਦਾ ਹੁੰਦਾ ਹੈ ਫੁੱਲੇ ਹੋਏ ਨੂੰ, ਇਸ ਕਰਕੇ ਉਹ ਜ਼ਿਆਦਾ ਖਿਆਲ ਵੀ ਰੱਖੇਗਾ। ਫਿਰ ਹਵਾ ਥੋੜ੍ਹੀ ਬਹੁਤੀ ਬੁੱਧ ਦੀ ਨਿਕਲੇ ਤੇ ਉਹ ਡਰਦਾ ਹੈ ਵੀ ਮੈਂ ਛੋਟਾ ਹੋ ਗਿਆ ਤੇ ਮਿਟ ਨਾ ਜਾਵਾਂ। ਤੇ ਉਹ ਆਪਣੀ ਪ੍ਰਸ਼ੰਸਾ, ਆਪਣੀ ਪ੍ਰਭਤਾ, ਮਾਣ, ਵਡਿਆਈ ਕਾਇਮ ਰੱਖਦਾ ਹੈ। ਬਹੁਤ ਕੋਸ਼ਿਸ਼ ਕਰਦਾ ਹੈ ਆਦਮੀ ਵੀ ਚਾਰ ਬੰਦੇ ਤੇ ਕਮ ਸੇ ਕਮ ਮੇਰੀ ਉਸਤਤ ਕਰਨ, ਮੁਹੱਲੇ ਦੇ ਤੇ ਕਰਨ, ਜ਼ਿਆਦਾ ਨਹੀਂ। ਫਿਰ ਮੁਹੱਲੇ ਦੇ ਨਹੀਂ ਤੇ ਕਰਦੇ ਹੀ ਕਰਨ। ਤੇ ਜਿੰਨੀ ਜ਼ਿਆਦਾ ਉਸਤਤ ਹੋਵੇ, ਵਡਿਆਈ ਹੋਵੇ, ਵੀ ਤੇਰੇ ਵਰਗਾ ਬੰਦਾ ਹੀ ਕੋਈ, ਤੂੰ ਤੇ ਮਹਾਨ ਸ਼ਖਸੀਅਤ ਰੱਬ ਨੇ ਪੈਦਾ ਕੀਤੀ, ਤੇਰੇ ਵਰਗਾ ਤੇ ਨਾ ਕਦੀ ਬਣਾਇਆ ਨਾ ਕਦੀ ਬਣਿਆ, ਤੂੰ ਤੇ ਮਹਾਨ ਹੈ, ਪਰਉਪਕਾਰੀ, ਸਾਧੂ ਹੈ, ਮਹਾਤਮਾ, ਗੁਰਸਿੱਖ ਹੈ। ਬਸ ਚਾਰ ਚੁਫੇਰੇ ਤੂੰ ਹਵਾ ਭਰਨ ਵਾਲੇ ਜਦੋਂ ਭਰਦੇ ਹਨ ਤੇ ਆਦਮੀ ਚੌੜਾ ਹੁੰਦਾ ਜਾਂਦਾ, ਫੁੱਲਦਾ ਜਾਂਦਾ। ਜਿੰਨਾ ਫੁੱਲਦਾ ਹੈ ਓਨਾ ਹੀ ਔਖਾ ਹੁੰਦਾ ਹੈ, ਕਿਉਂਕਿ ਬਾਅਦ ਦੇ ਵਿੱਚ ਹਵਾ ਵੀ ਕੱਢਦੇ ਹਨ ਲੋਕ। ਫਿਰ ਸਦਾ ਫੁਲਾਈ ਥੋੜ੍ਹੀ ਰੱਖਦੇ ਆ, ਫਿਰ ਪਿੰਨ ਵੀ ਮਾਰਦੇ ਹਨ ਥੋੜ੍ਹੀ ਜਿਹੀ। ਜਦੋਂ ਪਿੰਨ ਮਾਰਦੇ ਹਨ ਹਵਾ ਕੱਢਣ ਵਾਸਤੇ, ਫਿਰ ਅਖਿਆਈ ਬੜੀ ਹੁੰਦੀ ਹੈ ਵੀ ਮੇਰੀ ਨਿੰਦਾ ਹੋਣ ਲੱਗ ਪਈ, ਅਪਮਾਨ ਹੋਣ ਲੱਗ ਪਿਆ। ਦੇਖੋ ਮੈਂ ਕਿੰਨਾ ਭਲਾ ਆਦਮੀ, ਕਿੰਨਾ ਪਰਉਪਕਾਰ ਕਰਦਾ, ਕਿੰਨੀ ਸੇਵਾ ਕਰਦਾ, ਤੇ ਮੇਰੀ ਹੀ ਲੋਕ ਨਿੰਦਾ ਕਰਦੇ। ਉਹ ਹਵਾ ਕੱਢ ਰਹੇ ਹਨ, ਤੇਰਾ ਭਲਾ ਕਰਦੇ ਪਤੰਦਰਾ, ਪਰ ਹਵਾ ਕੋਈ ਕੱਢਣੀ ਨਹੀਂ ਚਾਹੁੰਦਾ ਹੈ ਨਾ। ਹਵਾ ਨਿਕਲ ਗਈ ਤੇ ਆਦਮੀ ਸੋਚਦਾ ਹੈ ਫਿਰ ਤੇ ਮੈਂ ਰਿਹਾ ਹੀ ਨਹੀਂ, ਬੁੱਧ ਤੇ ਮਿਟ ਗਿਆ। ਫਿਰ ਮਿਟਣੋਂ ਹੀ ਆਦਮੀ ਡਰਦਾ ਹੈ ਨਾ। ਤੇ ਹਵਾ ਨਿਕਲਦੀ ਹੈ ਤੇ ਮਿਟਦਾ ਹੈ, ਛੋਟਾ ਹੁੰਦਾ ਹੈ। ਜਿੰਨਾ ਛੋਟਾ ਹੁੰਦਾ ਹੈ ਤੇ ਉਹਨੂੰ ਲੱਗਦਾ ਹੈ ਗਿਆ। ਜਿੰਨੀ ਹਉ ਛੋਟੀ ਹੋ ਜਾਂਦੀ ਹੈ ਤੁਹਾਡੀ, ਓਨਾ ਹੀ ਤੁਹਾਨੂੰ ਲੱਗਦਾ ਹੈ ਨਾ ਵੀ ਮੈਂ ਗਿਆ, ਮੈਂ ਤਾਂ ਕੁਝ ਵੀ ਨਹੀਂ। ਹੁਣ ਜਿਵੇਂ ਇਵੇਂ ਸੋਚੋ ਤੁਸੀਂ ਵੀ ਤੁਹਾਨੂੰ ਅਸੀਂ ਤੇ ਕੋਈ ਵੀ ਨਾ ਜਾਣਦਾ ਹੋਵੇ, ਕੋਈ ਦੁਆ ਸਲਾਮ ਨਹੀਂ, ਕੋਈ ਪੁੱਛਦਾ ਨਾ ਹੋਵੇ, ਗਿੱਛਦਾ ਨਾ ਹੋਵੇ, ਸਦਾ ਦੁਦਕਾਰਦੇ ਹੋਣ ਲੋਕ, ਤੇ ਕਿੰਨੀ ਹੀਣਤਾ ਮਹਿਸੂਸ ਹੁੰਦੀ ਹੈ ਆਦਮੀ ਨੂੰ। ਮੇਰਾ ਕੋਈ ਵਾਕਬ ਹੀ ਨਹੀਂ, ਮੈਨੂੰ ਕੋਈ ਜਾਣਦਾ ਹੀ ਨਹੀਂ, ਜਾਣ ਪਹਿਚਾਣ ਹੀ, ਮੈਨੂੰ ਕੋਈ ਪ੍ਰੇਮ ਕਰਨ ਵਾਲਾ, ਵਡਿਆਈ ਕਰਨ ਵਾਲਾ, ਉਸਤਤ ਕਰਨ ਵਾਲਾ ਰਿਹਾ ਹੀ ਨਹੀਂ। ਫਿਰ ਆਦਮੀ ਚਾਹੁੰਦਾ ਵੀ ਇਹਦੇ ਨਾਲੋਂ ਤੇ ਮਰ ਜਾਣਾ ਹੀ ਚੰਗਾ। ਜਿੰਨਾ ਹੰਕਾਰ ਮਿਟਦਾ ਹੈ ਓਨਾ ਹੀ ਆਦਮੀ ਆਪਣੇ ਆਪ ਨੂੰ ਸੋਚਦਾ ਹੈ ਮੈਂ ਰਿਹਾ ਹੀ ਨਹੀਂ। ਤੇ ਵਾਸਤਵਿਕਤਾ ਇਹੋ ਹੀ ਹੈ, ਪਰ ਇਹ ਚਾਹੁੰਦਾ ਨਹੀਂ ਹੈ ਆਦਮੀ। ਇਹੋ ਮੈਂ ਕਹਿਣਾ ਹੈ ਨਾ, ਸੰਸਾਰ ਦੇ ਵਿੱਚ ਤੇ ਉਸਤਤ ਹੋਵੇ, ਮਾਣ ਵਡਿਆਈ ਹੋਵੇ, ਪ੍ਰਭਤਾ ਹੋਵੇ, ਇੱਧਰ ਨੂੰ ਦੌੜ ਹੈ, ਵਡਿਆਈ ਦੀ ਦੌੜ। ਪਰ ਧਰਮ ਜਿਹੜਾ ਹੈ ਵਾਪਸ ਆਉਣਾ ਹੈ ਕਰਨ, ਜੀਰੋ ਵੱਲ ਨੂੰ ਆਉਣਾ ਹੈ, ਸੁੰਨ ਵੱਲ ਨੂੰ ਆਉਣਾ ਹੈ, ਮਿਟਣਾ ਹੈ। ਤੇ ਮਿਟਣਾ ਕੋਈ ਚਾਹੁੰਦਾ ਨਹੀਂ, ਥੱਲੇ ਨੂੰ ਕੋਈ ਆਉਣਾ ਚਾਹੁੰਦਾ ਨਹੀਂ। ਜਿਵੇਂ ਪਿੱਛੇ ਜਿਹੇ ਇੱਕ ਪ੍ਰੇਮੀ ਨੇ ਨਹੀਂ ਕਿਹਾ ਵੀ ਸਫਲ ਹੋਣਾ ਹੈ ਤੇ ਕਿਸੇ ਦੀ ਗੱਲ ਨਾ ਸੁਣੋ। ਸਫਲ ਹੋਣੇ ਤੇ ਸਾਰੇ ਹੀ ਚਾਹੁੰਦੇ ਹਨ, ਫਿਰ ਸੰਸਾਰ 'ਚ ਨਹੀਂ, ਧਾਰਮਿਕ ਜਗਤ ਦੇ ਵਿੱਚ ਵੀ ਸਫਲ ਹੋਣਾ ਚਾਹੁੰਦਾ ਹੈ। ਤੇ ਹਰ ਇੱਕ ਹੀ ਆਦਮੀ ਸਫਲ ਹੋਣਾ ਚਾਹੁੰਦਾ ਹੈ। ਧਾਰਮਿਕ ਆਦਮੀ ਵੀ ਦੇਖੋ ਤੁਸੀਂ ਸਫਲ ਹੋਣਾ ਚਾਹੁੰਦਾ, ਧਾਰਮਿਕ ਢੰਗ ਨਾਲ। ਅਗਰ ਹੋਰ ਨਹੀਂ ਕੋਈ ਤੇ ਭਗਤ ਤੇ ਕਵੇ, ਮੈਨੂੰ ਕੋਈ ਮਹਾਂਪੁਰਸ਼ ਤੇ ਕਵੇ, ਸੰਤ ਮਹਾਤਮਾ ਕੁਛ ਤੇ ਕਵੇ। ਕਈ ਸਾਧਨਾ ਵੀ ਇਸੇ ਕਰਕੇ ਕਰਦੇ ਹਨ।
ਕਹਿੰਦੇ ਹਨ ਭਗਤ ਨੂੰ ਸਾਰੇ ਸੰਸਾਰ ਦੇ ਵਿੱਚ ਜਾਣਿਆ ਜਾਂਦਾ, ਚੌਕੁੰਟਾਂ ਦੇ ਵਿੱਚ ਜਾਣਿਆ ਜਾਂਦਾ। ਤੇ ਮੈਨੂੰ ਜਾਣਨਗੇ ਹੀ ਲੋਕ। ਦੱਸ, ਉਹ ਜਾਣਨ ਵਾਸਤੇ ਭਗਤੀ ਕਰ ਰਹੇ ਹਨ ਵੀ ਹਵਾ ਮੇਰੇ 'ਚ ਭਰ ਗੁਬਾਰਾ ਵੱਡਾ ਹੋਵੇ। ਉਹਨਾਂ ਫਟਣ ਦਾ ਵੀ ਡਰ ਹੈ। ਤੇ ਜਿੰਨਾ ਆਦਮੀ ਚਾਹੁੰਦਾ ਹੈ ਨਾ ਹੰਕਾਰ ਦੀ ਤ੍ਰਿਪਤੀ, ਹੰਕਾਰ ਦੀ ਤ੍ਰਿਪਤੀ ਜਿੰਨੀ ਜ਼ਿਆਦਾ ਹੁੰਦੀ ਹੈ ਓਨਾ ਹੀ ਆਦਮੀ ਡਰਦਾ ਹੈ ਮਰਨ ਨੂੰ। ਹੰਕਾਰੀ ਆਦਮੀ ਜ਼ਿਆਦਾ ਮਰਨ ਨੂੰ ਡਰਦਾ ਹੈ, ਮਿਟਣ। ਨਿਰਹੰਕਾਰੀ ਮਿਟਣੋਂ ਨਹੀਂ ਡਰਦਾ ਹੈ, ਕਿਉਂਕਿ ਹੈ ਹੀ ਨਹੀਂ ਕੁਝ ਵੀ। ਪਹਿਲਾਂ ਹੀ ਮਿਟਿਆ ਬੈਠਾ, ਹਵਾ ਹੀ ਨਹੀਂ ਹੈ। ਪਹਿਲਾਂ ਵਿਰੰਚਕ ਮਾਤਰ ਤੇ ਹੈਗਾ, ਉਹਨੂੰ ਮਿਟਣ ਨੂੰ ਵੀ ਟਾਈਮ ਨਹੀਂ ਲੱਗਣਾ। ਤੇ ਜਿੰਨਾ ਬੁੱਧ ਬੜਾ ਹੁੰਦਾ ਜਾਂਦਾ ਹੈ ਤੇ ਸੰਸਾਰ ਦੇ ਵਿੱਚ ਦੌੜ ਹੀ ਇਹੋ ਹੀ ਹੈ। ਖਿਆਲ ਵਿੱਚ ਰੱਖੋ, ਇਹੋ ਹੀ ਆਦਮੀ ਚਾਹੁੰਦਾ ਹੈ। ਸ਼ੁਰੂਆਤ ਤੋਂ ਇਹੋ ਸਿਖਲਾਈ ਦਿੱਤੀ ਜਾਂਦੀ ਹੈ ਬੱਚੇ ਨੂੰ, ਸੰਸਾਰ 'ਚ ਕੁਛ ਹੋ ਕੇ ਮਰਨਾ, ਕੁਛ ਦਿਖਾਉਣਾ ਹੈ, ਕੁਛ ਬਣਨਾ ਹੈ। ਪਤਾ ਲੱਗੇ ਕਿ ਤੂੰ ਕਿਹਦਾ ਮੁੰਡਾ ਹੈ, ਕਿਹੜੀ ਤੇਰੀ ਜਾਤ ਹੈ, ਕਿਹੜੀ ਤੇਰੀ ਕੁੱਲ ਹੈ। ਦਿਖਾ ਦੇ ਲੋਕਾਂ ਨੂੰ, ਇੱਕ ਵਾਰ ਪਤਾ ਲੱਗ ਜਾਵੇ ਲੋਕਾਂ ਨੂੰ ਤੂੰ ਕੌਣ ਹੈ। ਇਹੋ ਹੀ ਹੈ ਨਾ, ਸਿਖਾਇਆ ਜਾਂਦਾ ਹੈ। ਤੇ ਬੱਚਾ ਵੀ ਇੱਦਾਂ ਹੀ ਸੋਚਦਾ ਹੈ ਮੈਂ ਕੋਈ ਖਾਸ ਹੋਂ, ਸ੍ਰੇਸ਼ਟ। ਤੇ ਜੋ ਵੀ ਸਿਖਾਇਆ ਜਾਂਦਾ ਹੈ ਉਹਦੇ ਨਾਲ ਕੀ ਹੁੰਦਾ ਹੈ? ਹੰਕਾਰ ਦੀ ਤ੍ਰਿਪਤੀ, ਹਵਾ ਭਰਦੀ, ਗੁਬਾਰਾ। ਉਹ ਜਿਹੜਾ ਬੁੱਧ ਦਾ ਬੜਾ ਹੁੰਦਾ, ਕਈਆਂ ਦਾ ਤੇ ਅੱਜ ਵਿਚਾਲੇ ਹੀ ਫੁੱਟ ਜਾਂਦਾ ਹੈ ਜਦੋਂ ਜ਼ਿਆਦਾ ਹਵਾ ਭਰ ਜਾਵੇ, ਕਿਉਂਕਿ ਜ਼ਿਆਦਾ ਹੀ ਭਰ ਗਈ ਤੇ ਫੁੱਟ ਹੀ ਜਾਣਾ ਹੈ। ਤੇ ਇਹ ਜਿਹੜਾ ਬੁੱਧ ਹੈ ਨਾ, ਇਹਦੇ ਵਿੱਚ ਜਿਹੜੀ ਹਵਾ ਹੈ, ਕਹਿ ਲਈਏ ਹੰਕਾਰ ਹੈ, ਇੱਕ ਪ੍ਰਮਾਣ ਦੇ ਰਿਹਾ ਹਾਂ ਮੈਂ, ਪ੍ਰਤੀਕ ਹੈ। ਇਹਨੂੰ ਵਾਸਤਵਿਕ ਨਹੀਂ ਲੈਣਾ ਹੈ। ਬੁੱਧ ਦੀ ਹਵਾ ਵਿੱਚ ਭਰਦੀ, ਉਦੋਂ ਦੇ ਬੁੱਧ ਦੇ ਪਾਣੀ ਦੇ ਮਿਟਦੇ ਰਹਿੰਦੇ ਹਨ, ਕੋਈ ਖਾਸ ਗੱਲ ਨਹੀਂ। ਪਰ ਤੁਹਾਨੂੰ ਗੱਲ ਸਮਝ ਵਿੱਚ ਆ ਜਾਵੇ ਵੀ ਹਾਂ ਜਿਹੜੀ ਹੈ ਮੈਂ, ਇਹ ਪੈਦਾ ਕਿੱਥੋਂ ਹੋ ਰਹੀ ਹੈ? ਸੰਸਾਰ 'ਚ। ਤੇ ਜਿਹੜੀ ਸੰਸਾਰ 'ਚੋਂ ਪੈਦਾ ਹੋ ਰਹੀ ਹੈ ਨਾ, ਸੰਸਾਰ ਦੁਆਰਾ ਪੈਦਾ ਹੋ ਰਹੀ ਹੈ, ਕਿਉਂਕਿ ਸੰਸਾਰ ਮਿਟ ਰਿਹਾ ਹੈ, ਨਾਸ਼ਵਾਨ ਹੈ। ਇਹਦੇ ਨਾਲ ਜਿਹੜੀ ਮੈਂ ਹੈ ਤੁਹਾਡੀ ਹਾਂ, ਇਹਦੇ ਦੁਆਰਾ ਪੈਦਾ ਹੋ ਰਹੀ, ਤੇ ਇਹ ਕਿਵੇਂ ਸੱਤ ਹੋ ਸਕਦੀ? ਇਹ ਵੀ ਤੇ ਨਾਸ਼ਵਾਨ ਹੀ ਹੈ ਨਾ। ਤੁਸੀਂ ਕਹਿੰਦੇ ਹੋ ਮੈਂ ਫਲਾਨਾ, ਆਪਣਾ ਨਾਂ ਦੱਸਦੇ ਹੋ, ਐਡਰੈਸ ਦੱਸਦੇ ਹੋ, ਪਤਾ ਦੱਸਦੇ ਹੋ, ਇਹ ਤੇ ਸਭ ਸੰਸਾਰ ਨੇ ਸਿਖਾਇਆ ਹੈ ਨਾ। ਤੇ ਇਹ ਵੀ ਨਾਸ਼ਵਾਨ ਦੇ ਨਾਲ ਜੁੜਿਆ ਹੋਇਆ ਹੈ। ਤੁਸੀਂ ਜੋ ਵੀ ਆਈਡੈਂਟੀ ਆਪਣੀ ਦੱਸਦੇ ਹੋ, ਪ੍ਰੂਫ ਦੱਸਦੇ ਹੋ, ਮੇਰੀ ਜਾਤ ਹੈ, ਮੇਰੀ ਪਾਤ ਹੈ, ਮੇਰੀ ਕੁਲ, ਇਹ ਸਭ ਝੂਠ ਹੀ ਹੈ ਨਾ। ਕਿਉਂਕਿ ਸਿਰਫ ਸਿਖਾਇਆ ਹੀ ਗਿਆ ਹੈ ਤੇ ਸੰਸਾਰ ਨਾਲ ਜੋੜ ਕੇ ਹੀ ਬਣ ਰਿਹਾ ਹੈ। ਤੁਸੀਂ ਜੋ ਕੁਝ ਵੀ ਹੋ ਸੰਸਾਰ ਨਾਲ ਜੋੜ ਕੇ ਹੀ ਹੋ। ਕਿਸੇ ਦੇ ਲੜਕੇ ਹੋ, ਕਿਸੇ ਦੀ ਲੜਕੀ ਹੋ, ਕਿਸੇ ਦੇ ਪਤੀ ਹੋ, ਕਿਸੇ ਦੀ ਪਤਨੀ ਹੋ, ਕੁਛ ਵੀ ਹੋ, ਪਿਤਾ ਹੋ ਜਾਂ ਮਾਤਾ ਹੋ, ਜਿਹਦੇ ਦੁਆਰਾ ਤੁਸੀਂ ਆਪਣੇ ਆਪ ਨੂੰ ਬਣਾ ਰਹੇ ਹੋ ਮੈਂ ਕੁਛ ਹਾਂ, ਕਿਉਂਕਿ ਉਹ ਮਰਨ ਧਰਮਾ ਹੈ ਨਾ। ਤੇ ਤੁਹਾਡੀ ਜਿਹੜੀ ਮੈਂ ਬਣੀ ਹੋਈ ਉਹ ਕਿਵੇਂ ਸੱਤ ਹੋ ਸਕਦੀ? ਉਹ ਵੀ ਝੂਠੀ ਹੈ। ਤੇ ਝੂਠੀ ਮੈਂ ਮਿਟਦੀ ਹੈ, ਇਹੋ ਹੀ ਹਵਾ ਹੈ। ਤੇ ਜਦੋਂ ਹਵਾ ਨਿਕਲ ਜਾਵੇ ਨਾ, ਮੈਂ ਮਿਟ ਜਾਵੇ, ਤੇ ਫਿਰ ਤੇ ਮੈਂ ਰਹੀ ਨਹੀਂ। ਫਿਰ ਤੁਸੀਂ ਕਹਿ ਥੋੜ੍ਹੀ ਸਕਦੇ ਹੋ ਮੈਂ ਫਲਾਣੇ ਦਾ ਬੱਚਾ ਹਾਂ, ਫਲਾਣੇ ਦੇ ਪਤੀ, ਹੈ ਹੀ ਨਹੀਂ। ਕਹੋਗੇ ਕਿਵੇਂ? ਹਾਂ, ਇੱਕ ਗੱਲ ਖਿਆਲ ਵਿੱਚ ਰੱਖਣੀ ਹੈ
ਵੀ ਜਿਹੜੇ ਪਰਮ ਪੁਰਖ ਹਨ ਉਹ ਵੀ ਜਿੰਨਾ ਚਿਰ ਸੰਸਾਰ 'ਚ ਰਹਿੰਦੇ ਹਨ ਸੰਸਾਰਿਕ ਭਾਸ਼ਾ ਬੋਲਦੇ ਹਨ, ਕਿਉਂਕਿ ਬੋਲਣੀ ਪੈਂਦੀ ਹੈ ਵਿਵਹਾਰਿਕ ਤਲ 'ਤੇ। ਜਾਣਦੇ ਹਨ ਵੀ ਇਹ ਸੰਸਾਰ ਵਾਸਤੇ ਹੈ, ਵਿਵਹਾਰਿਕ ਹੈ, ਅਤੇ ਬੋਲਣੀ ਪਵੇਗੀ। ਜਿਵੇਂ ਇੱਥੇ ਮੈਨੂੰ ਕੋਈ ਹੁਣ ਡਰੈਸ ਪੁੱਛ ਲਵੇ ਤਾਂ ਦੱਸਣਾ ਹੀ ਪਵੇਗਾ, ਕਿਉਂਕਿ ਇਹ ਵਿਵਹਾਰਿਕ ਹੈ, ਇਹ ਸੰਸਾਰਿਕ ਹੈ। ਸੰਸਾਰ ਦੇ ਵਿੱਚ ਵਿਚਰ ਰਿਹਾ ਹੈ ਸਰੀਰ, ਅਤੇ ਸਰੀਰ ਦੇ ਤਲ 'ਤੇ ਹੈ ਇਹ ਜੋ ਭਾਸ਼ਾ। ਦਰਅਸਲ ਸੰਸਾਰ ਜਿਹੜਾ ਹੈ ਨਾ ਉਹ ਥੱਲੇ ਹੈ, ਜਿਵੇਂ ਜਲ ਦਾ ਬੁੱਧ-ਬੁੱਧਾ ਜਲ ਦੇ ਉੱਪਰ ਹੈ, ਪਰ ਕਮਲ ਫੁੱਲ ਜਿਹੜਾ ਉਹ ਜਲ ਤੋਂ ਉੱਪਰ ਹੋਰ ਹੋ ਜਾਂਦਾ, ਉਹ ਬੁੱਧ-ਬੁੱਧੇ ਤੋਂ ਵੀ ਉੱਪਰ ਹੋ ਜਾਂਦਾ। ਇਸ ਕਰਕੇ ਕਮਲ ਫੁੱਲ ਦਾ ਪ੍ਰਮਾਣ ਦਿੱਤਾ ਹੈ ਕਿ ਗੁਰਮੁਖ ਕਮਲ ਫੁੱਲ ਦੀ ਤਰ੍ਹਾਂ ਹੋ ਜਾਂਦਾ। ਭਾਵ ਇਹ ਹੈ ਵੀ ਜਿਵੇਂ ਤੁਹਾਡੀ ਬੁੱਧੀ ਤੱਕ ਤੁਸੀਂ ਸੰਸਾਰ ਰੂਪੀ ਜਲ ਵਿੱਚ ਡੁੱਬੇ ਹੋਏ, ਭਵ ਸਾਗਰ ਇਸੇ ਕਰਕੇ ਕਿਹਾ ਹੈ ਸੰਸਾਰ ਸਾਗਰ ਹੈ, ਤੇ ਇਸ ਸਾਗਰ ਦੇ ਵਿੱਚ ਤੁਸੀਂ ਬੁੱਧੀ ਤੱਕ ਡੁੱਬੇ ਹੋਏ ਹੋ, ਤੇ ਕਮਲ ਫੁੱਲ ਨੂੰ ਇਸੇ ਕਰਕੇ ਹੀ ਸਾਰਿਆਂ ਨੂੰ ਉੱਪਰ ਰੱਖਿਆ ਹੋਇਆ। ਸਹੰਸਰ ਦਲ ਕਮਲ ਕਹਿੰਦੇ ਜਦੋਂ ਖਿੜਦਾ ਹੈ ਤੇ ਸੁਰਤ ਬਿਲਕੁਲ ਉੱਪਰ ਚਲੇ ਜਾਂਦੀ ਸੀ, ਬੁੱਧੀ ਤੋਂ ਵੀ ਉੱਪਰ ਲਾਸਟ ਦੇ ਵਿੱਚ ਖਿੜਦਾ ਹੈ। ਉਹਦੇ ਉੱਪਰ ਗੁਰਮੁਖ ਪਿਆਰਾ ਜਿਹੜਾ ਕਿ ਨਹੀਂ ਉਹ ਆਰਾਮ ਕਰਦਾ ਹੈ, ਕਮਲ ਫੁੱਲ ਤੇ ਕੋਮਲ ਪੰਖੜੀਆਂ ਦੇ ਉੱਪਰ ਚੌਂਕੜਾ ਮਾਰ ਕੇ ਬਹਿੰਦਾ ਹੈ। ਤੇ ਇਹਦਾ ਭਾਵ ਇਹ ਹੁੰਦਾ ਹੈ ਵੀ ਜਿਹੜਾ ਆਪਣਾ ਸੁਰਤ ਨੂੰ ਧਿਆਨ ਨੂੰ ਬੁੱਧੀ ਨਾਲੋਂ ਵੀ ਉੱਪਰ ਲੈ ਕੇ ਚਲੇ ਜਾਂਦਾ ਹੈ, ਭਾਵ ਕਿ ਬੁੱਧੀ ਤੱਕ ਜਲ ਹੈ, ਸੰਸਾਰ ਹੈ, ਤੋ ਸੰਸਾਰ ਨਾਲੋਂ ਉੱਪਰ ਕਮਲ ਫੁੱਲ ਤੇ ਜਾ ਕੇ ਬੈਠ ਗਈ। ਹੁਣ ਸੰਸਾਰ ਉਹਨੂੰ ਛੂੰਹਦਾ ਨਹੀਂ ਹੈ, ਕਿਉਂਕਿ ਬੁੱਧੀ ਵੀ ਜਿਹੜੀ ਹੈ ਨਾ ਉਹ ਵੀ ਸੰਸਾਰ ਦਾ ਹਿੱਸਾ ਹੈ। ਤੇ ਵਿਚਾਰ ਦੁਆਰਾ, ਆਕਾਂਸ਼ਾ ਦੁਆਰਾ, ਚਾਹਤ ਦੁਆਰਾ ਜੋ ਮਨ ਪੈਦਾ ਹੋ ਰਿਹਾ ਹੈ ਉਹ ਵੀ ਸੰਸਾਰ ਦਾ ਹੀ ਹਿੱਸਾ ਹੈ, ਸੰਸਾਰ 'ਚੋਂ ਹੋ ਰਿਹਾ ਹੈ ਨਾ। तो जो संसार का हिस्सा है तो वो तो झूठ है ना। इस करके मन भी जोड़ा संसार च पैदा हो रहा संसार की चाहत लैके वो भी झूठ। तुसी सोच रहे हो जे चाहिदा वो चाहिदा ऐसे होवे वैसे होवे, ये भी झूठ है। तो जिहड़ी बुद्धि नाल तुसी विचार कर रहे हो भी इस ढंग दे नाल ये आकांक्षा पूरी हो सकती है, इदा कहूँगा मैं तो इन्ना पैसा आऊगा, कोठी बना लूँगा, ब्याह करवा लूँगा, ये कर लूँगा वो कर लूँगा, वो भी झूठ है। मन बुद्धि तो ऊपर, इस करके उन्होंने अगाध बोध किया, अगम अगोचर ऊपर है। संसार दल कमल ऊपर है, बुद्धि तो ऊपर, तो बुद्धि तक तो संसार है। तो संसार का हिस्सा जिहड़ा है ना ये थले है, इस तो ऊपर जिहड़ा गुरमुख प्यारा उठ जाता है कमल फुल के ऊपर बैठा होया, वो इउं है। फिर वो भी बुद्धि द्वारा संसार नूं देखदा है। जिवें इवें तुसीं ख्याल करो भी गुरमुख प्यारा उस महल दे विच पहुँच गया, उस घर दे विच पहुँच गया, वास्तविक जिहड़ा घर है जिहड़ा महल है। तो उस महल दे विच बैठ के वो कदे कदाई एक खिड़की खोल के थल्ले देखदा है लोकां नूं, संसार नूं, बाजार नूं, कदे कदाई। वो भी तां भी जिहड़े थल्ले घूम रहे हैं शायद मेरी आवाज़ सुन लैन, तो खिड़की थाणी कदी कदी आवाज़ दिंदा है भी आ जाओ तुसीं भी, ये महल बड़ा प्यारा है, बहुत सुंदर है,
ਇਹ ਸੱਚ ਦਾ ਆਨੰਦ ਦਾ ਮਹਿਲ ਹੈ। ਇਸ ਦੇਵੀ ਹੈ ਆਪਣਾ ਘਰ ਹੈ, ਸੋ ਘਰ ਹੈ ਸੋ ਦਰ ਹੈ ਵਾਸਤਵਿਕ ਦੇ ਵਿੱਚ। ਆ ਜਾਓ ਤੁਸੀਂ ਵੀ ਉਹ ਖਿੜਕੀ ਥਾਣੇ ਜਿਹੜੇ ਥੱਲੇ ਲੋਕ ਗੁਜ਼ਰ ਰਹੇ ਹਨ, ਸੰਸਾਰਿਕ ਚੱਲ ਰਹੇ ਹਨ ਆਪਣੀਆਂ ਆਪਣੀਆਂ ਕਾਂਛਾਵਾਂ ਕਾਮਨਾ ਲੈ ਕੇ। ਜਿਵੇਂ ਤੁਸੀਂ ਦੇਖੋ ਮਹਿਲ ਦੇ ਉੱਪਰ ਬੈਠੇ ਹੋਏ ਹੋ ਖਿੜਕੀ 'ਚ, ਤੇ ਥੱਲੇ ਲੋਕ ਜਾ ਰਹੇ ਹਨ। ਤੁਸੀਂ ਗੌਰ ਨਾ ਦੇਖਿਓ, ਕਈ ਵਾਰ ਸਭ ਆਪਣੇ ਆਪਣੇ ਵਿਚਾਰਾਂ 'ਚ ਖੋਏ ਤੁਰੇ ਜਾਂਦੇ ਹਨ। ਕੋਈ ਸੋਚੀ ਜਾਂਦਾ, ਕੋਈ ਕੁਛ ਸੋਚੀ ਜਾਂਦਾ। ਕਈ ਹੱਥ ਵੀ ਹਿਲਾਈ ਜਾਣਗੇ, ਬੁੱਲ ਵੀ ਹਿਲਾਈ ਜਾਣਗੇ, ਤੇ ਸੋਚਦਾ ਸੋਚਦਾ ਆਦਮੀ ਜਾ ਰਿਹਾ ਆਪਣੇ ਅੰਦਰ ਖੋਇਆ ਹੋਇਆ ਵਿਚਾਰਾਂ ਦੇ। ਤੇ ਉੱਪਰ ਜਿਹੜਾ ਖੜਾ ਹੈ ਉਹ ਆਵਾਜ਼ਾਂ ਮਾਰਦਾ ਹੈ, ਆਵਾਜ਼ ਦਿੰਦਾ ਹੈ ਵੀ ਆ ਜਾਓ ਗੁਰਮੁਖ ਪਿਆਰਾ ਕੋਈ, ਆਓ ਗੁਰ ਸਿੱਖ, ਆਓ ਗੁਰੂ ਕੇ ਪਿਆਰੇ, ਆ ਜਾਓ ਕੋਈ ਮੇਰੇ ਪਿਆਰੇ। ਤੇ ਕੋਈ ਕਦੇ ਕਦੇ ਉਹਨਾਂ ਦੀ ਆਵਾਜ਼ ਸੁਣਦਾ ਹੈ, ਤੋ ਅੱਖ ਚੱਕ ਕੇ ਉੱਪਰ ਦੇਖਦਾ ਹੈ ਵੀ ਭਲਾ ਆਦਮੀ ਆਵਾਜ਼ ਦੇ ਰਿਹਾ ਹੈ ਵੀ ਸੁਣ ਲੈਣੀ ਚਾਹੀਦੀ। ਤੇ ਕੋਈ ਸੁਣ ਲੈਂਦਾ ਹੈ ਕਦੇ ਕਦੇ, ਫਿਰ ਵੀ ਸੁਣ ਕੇ ਇੱਕਦਮ ਨਹੀਂ ਆ ਜਾਂਦਾ ਹੈ ਉਹਨਾਂ ਕੋਲ। ਉਹ ਕਹਿੰਦਾ ਹੈ ਨਹੀਂ, ਮੈਂ ਆਵਾਜ਼ ਤੇ ਤੁਹਾਡੀ ਸੁਣ ਲਈ ਹੈ ਵੀ ਤੁਸੀਂ ਆਵਾਜ਼ ਦੇ ਰਹੇ ਹੋ ਵੀ ਆ ਜਾਓ ਸੱਚ ਦੇ ਵਿੱਚ, ਸੱਚਖੰਡ ਹੀ ਤੁਹਾਡਾ ਘਰ ਹੈ। ਠੀਕ ਹੈ, ਪਰ ਥੋੜ੍ਹਾ ਜਿਹਾ ਜੇ ਸੰਸਾਰ ਦੇ ਵਿੱਚ ਕੰਮ ਹੈ, ਕਾਰੋਬਾਰ, ਉਹ ਕਰਕੇ ਮੈਂ ਆਊਂਗਾ। ਅਜੇ ਵਾਸ਼ਨਾਵਾਂ ਹਨ ਨਾ ਸੰਸਾਰ ਦੇ ਵਿੱਚ, ਅਜੇ ਤ੍ਰਿਪਤੀ ਨਹੀਂ ਹੋਈ। ਤੇ ਬਹੁਤ ਸਾਰੇ ਲੋਕ ਇੱਦਾਂ ਬਹਾਨੇ ਕਰਦੇ ਰਹਿੰਦੇ ਆ। ਇਹ ਬੱਚੇ ਛੋਟੇ ਹਨ, ਅਜੇ ਬੱਚੇ ਵਿਆਹੁਣ ਵਾਲੇ ਹਨ। ਹੁਣ ਜਿਨ੍ਹਾਂ ਦੇ ਵਿਆਹੇ ਗਏ ਹਨ ਉਹ ਵੀ ਹੋਰ ਗਾਂਹ ਸੋਚਦੇ ਰਹਿੰਦੇ ਹਨ ਵੀ ਅਜੇ ਨਹੀਂ। ਤੇ ਗਾਹਾਂ ਤੋਂ ਗਾਹਾਂ ਆਦਮੀ ਸੋਚਦਾ ਰਹਿੰਦਾ ਹੈ, ਕਿਉਂਕਿ ਸੰਸਾਰ ਬਹੁਤ ਸਮੋਹਿਤ ਕਰਦਾ ਹੈ। ਮਿਟਣਾ ਬੜਾ ਔਖਾ ਹੈ। ਇਹ ਮੈਂ ਕਈ ਵਾਰ ਕਹਿੰਦਾ ਹੁੰਦਾ, ਇਹ ਸਰੀਰ ਦਾ ਮਿਟਣਾ ਸੁਖਾਲਾ ਹੈ, ਮਨ ਦਾ ਮਿਟਣਾ ਬਹੁਤ ਔਖਾ ਹੈ। ਤੇ ਛੇਤੀ ਮਿਟਣਾ ਨਹੀਂ ਚਾਹੁੰਦਾ ਤੇ ਆਦਮੀ ਬਹਾਨੇ ਜੇ ਕੱਢਦਾ ਰਹਿੰਦਾ। ਬਹੁਤ ਘੜਦੇ ਹਨ ਸੰਸਾਰ ਦੇ ਵਿੱਚ। ਉਹਨਾਂ ਨੂੰ ਕਹੀਏ ਨਾ ਵੀ ਆ ਜਾਓ, ਵਾਪਸ ਤੇ ਆਉਣਾ ਹੀ ਹੈ, ਤੁਸੀਂ ਕਦੇ ਨਾ ਕਦੇ ਤੇ ਆਉਣਾ ਹੀ ਹੈ, ਵੀ ਹੁਣੇ ਹੀ ਕੋਸ਼ਿਸ਼ ਕਰੋ, ਚਲੋ ਇੱਕ ਇੱਕ ਕਦਮ ਹੀ ਆਓ, ਤੁਰੋ। ਪਰ ਉਹ ਡੋਲਦੇ ਹਨ, ਇੱਕ ਕਦਮ ਇੱਧਰ ਨੂੰ ਪੱਟ ਲੈਂਦੇ ਹਨ, ਇੱਕ ਕਦਮ ਫਿਰ ਸੰਸਾਰ ਵੱਲ ਨੂੰ ਖਿੱਚੇ ਜਾਂਦੇ ਹਨ। ਇਹੋ ਹੀ ਹੈ ਨਾ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਡੋਲਦੇ ਹਾਂ, ਅਗਰ ਪ੍ਰੇਮ ਹੋਇਆ, ਜਿੱਧਰ ਪ੍ਰੇਮ ਜ਼ਿਆਦਾ ਹੈ ਤੁਹਾਡਾ, ਉਧਰ ਨੂੰ ਤੁਸੀਂ ਜ਼ਿਆਦਾ ਖਿੱਚੇ ਜਾਓਗੇ। ਇਹੋ ਹੀ ਹੈ ਨਾ, ਅਗਰ ਸੰਸਾਰ ਵੱਲ ਮੋਹ ਮਮਤਾ ਜ਼ਿਆਦਾ ਹੈ, ਤੁਸੀਂ ਉਧਰ ਨੂੰ ਚਲੇ ਜਾਓਗੇ। ਜੇ ਗੁਰੂ ਵੱਲ ਪ੍ਰੇਮ ਜ਼ਿਆਦਾ ਹੈ, ਫਿਰ ਗੁਰੂ ਵੱਲ ਖਿੱਚੇ ਜਾਓਗੇ। ਫਿਰ ਗੁਰੂ ਤੁਹਾਨੂੰ ਤੁਹਾਡਾ ਹੀ ਸਰੂਪ ਦਿਖਾਉਂਦਾ ਹੈ। ਆਈਨੇ ਦੀ ਤਰ੍ਹਾਂ ਹੁੰਦਾ ਹੈ, ਦਰਪਣ ਦੀ ਤਰ੍ਹਾਂ। ਅਗਰ ਗੌਰ ਦੇ ਨਾਲ ਪ੍ਰੇਮ ਭਾਵਨਾ ਨਾਲ ਤੁਸੀਂ ਦੇਖੋਗੇ ਨਾ, ਤੇ ਤੁਹਾਨੂੰ ਗੁਰੂ ਦੇ ਵਿੱਚ ਆਪਣਾ ਹੀ ਸਰੂਪ ਨਜ਼ਰ ਆਵੇਗਾ, ਕਿਉਂਕਿ ਉਹ ਤੇ ਹੈ ਨਹੀਂ ਉੱਥੇ। ਤੁਸੀਂ ਆਪਣੇ ਆਪ ਨੂੰ ਹੀ ਉੱਥੇ ਦੇਖੋਗੇ। ਉਹ ਆਇਨੇ ਦੀ ਤਰ੍ਹਾਂ ਹੈ, ਸ਼ੀਸ਼ੇ ਦੀ ਤਰ੍ਹਾਂ ਸਾਫ਼, ਕੋਈ ਮੈਲ ਨਹੀਂ, ਸਵੱਛ। ਅਗਰ ਤੁਸੀਂ ਭਾਵਨਾ ਦੀ ਅੱਖ ਦੇ ਨਾਲ ਦੇਖੋਗੇ, ਪ੍ਰੇਮ ਨਾਲ ਦੇਖੋਗੇ, ਤੇ ਤੁਹਾਨੂੰ ਆਪਣਾ ਹੀ ਸਰੂਪ ਨਜ਼ਰ ਆਵੇਗਾ। ਫਿਰ ਤੁਸੀਂ ਖਿੱਚੇ ਚਲੇ ਜਾਵੋਗੇ, ਸਹਿਜ ਹੋਵੇਗਾ। ਇਸ ਕਰਕੇ ਪ੍ਰੇਮ ਦੁਆਰਾ, ਇਹ ਪ੍ਰੇਮ ਦਾ ਮਾਰਗ ਹੈ। ਪਰ ਇਹ ਸ਼ਬਦ ਦੇ ਵਿੱਚ ਜੋ ਉਪਦੇਸ਼ ਹੈ, ਇਹ ਉਪਦੇਸ਼ ਹੈ ਜਿਹੜੇ ਧਿਆਨ ਦੇ ਮਾਰਗ ਤੇ ਚੱਲਦੇ ਹਨ, ਸ਼ਬਦ ਸੁਰਤ ਦੇ ਮਾਰਗ ਤੇ ਚੱਲਦੇ ਹਨ। ਹਾਂ, ਇਸ ਤੋਂ ਅਗਲਾ ਜਿਹੜਾ ਹੇਠਲਾ ਸ਼ਬਦ ਹੈ ਉਹ ਪ੍ਰੇਮ ਦਾ ਹੈ ਸੰਦੇਸ਼।
ਇਹ ਉਪਦੇਸ਼ ਜਿਹੜਾ ਹੈ ਨਾ, ਇਹ ਉਹਨਾਂ ਵਾਸਤੇ ਹੈ ਜਿਹੜੇ ਬਾਹਰੋਂ ਸੁਰਤ ਹਟਾ ਸਕਣਗੇ, ਹਟਾਉਣਗੇ। ਗਿਆਨ ਦਾ ਮਾਰਗ ਕਹਿ ਸਕਦੇ, ਧਿਆਨ ਦਾ ਮਾਰਗ। ਪਹਿਲਾਂ ਸਮਝ ਵਿੱਚ ਆਵੇਗੀ ਗੱਲ, ਤਾਂ ਹੀ ਤੁਸੀਂ ਧਿਆਨ ਹਟਾਓਗੇ। ਤੇ ਜਿਹੜੇ ਪਰਮ ਪੁਰਖ ਹੁੰਦੇ ਹਨ, ਉਹ ਹਰ ਮਾਰਗ ਦੀ ਹੀ ਗੱਲ ਕਰ ਦਿੰਦੇ ਹਨ। ਕਿਉਂਕਿ ਜਿਵੇਂ ਦੇਖੋ, ਤੁਸੀਂ ਕਿਸੇ ਪਹਾੜ ਦੀ ਚੋਟੀ ਤੇ ਪਹੁੰਚ ਜਾਓ, ਤੇ ਜਦੋਂ ਤੁਸੀਂ ਚੜ੍ਹਦੇ ਹੋ, ਉਦੋਂ ਪਹਾੜ ਦੀ ਚੋਟੀ ਵੱਲ ਨੂੰ ਕਈ ਮਾਰਗ ਜਾਂਦੇ ਹਨ। ਬਹੁਤ ਬੜਾ ਪਹਾੜ ਹੈ ਤੇ ਬਹੁਤ ਜ਼ਿਆਦਾ ਮਾਰਗ ਜਾਂਦੇ ਹਨ। ਕਈ ਪੈਦਲ ਜਾਂਦੇ ਹਨ, ਕਈ ਗੱਡੀਆਂ ਵਾਲੇ, ਮੋਟਰਾਂ ਵਾਲੇ, ਕੋਈ ਇੱਧਰੋਂ ਕੋਈ ਉੱਧਰੋਂ, ਕਈ ਮਾਰਗ ਹਨ। ਜਦੋਂ ਚੋਟੀ ਤੇ ਪਹੁੰਚ ਜਾਓਗੇ ਨਾ, ਤੁਹਾਨੂੰ ਦਿਖੇਗਾ ਵੀ ਸਾਰੇ ਹੀ ਮਾਰਗ ਉੱਪਰ ਨੂੰ ਹੀ ਆ ਰਹੇ ਹਨ, ਇੱਕ ਵਾਲੇ ਪਾਸੇ ਨੂੰ ਆ ਰਹੇ ਹਨ। ਹਾਂ, ਮਾਰਗ ਤੇ ਚੱਲਣ ਦਾ ਬਹੁਤਿਆਂ ਨੂੰ ਨਹੀਂ ਪਤਾ ਹੈ, ਵਿਚਾਲੇ ਵਿਚਾਲੇ ਘੁੰਮਦੇ ਰਹਿੰਦੇ ਹਨ। ਕਈ ਉੱਪਰ ਨੂੰ ਨਹੀਂ ਆਉਂਦੇ ਹਨ, ਕਈ ਥੱਲੇ ਨੂੰ ਉਤਰ ਜਾਂਦੇ ਹਨ। ਪਰ ਉਹਨੂੰ ਦਿਖ ਜਾਂਦਾ ਹੈ ਵੀ ਮਾਰਗ ਬਹੁਤ ਸਾਰੇ ਆਉਂਦੇ ਹਨ, ਤੋਂ ਬਹੁਤ ਸਾਰੇ ਮਾਰਗਾਂ ਦੀ ਗੱਲ ਕਰਦਾ ਹੈ ਪਰਮ ਪੁਰਖ। ਬਾਬੇ ਨਾਨਕ ਨੇ ਵੀ ਬਹੁਤ ਸਾਰੇ ਮਾਰਗਾਂ ਦੀ ਗੱਲ ਕੀਤੀ ਹੈ। ਸਿੱਖਾਂ ਨੂੰ ਸਮਝ ਵਿੱਚ ਨਹੀਂ ਆਉਂਦੀ ਹੈ ਗੱਲ, ਉਹ ਇੱਕੋ ਹੀ ਗੱਲ ਉਹਨਾਂ ਨੂੰ ਪਤਾ ਲੱਗਦੀ ਹੈ ਵੀ ਸਿਮਰਨ ਬਾਰੇ ਕਿਹਾ ਹੈ, ਨਾਮ ਜਪਣ ਬਾਰੇ ਕਿਹਾ ਹੈ। ਨਹੀਂ, ਬਹੁਤ ਢੰਗ ਨਾਲ ਕਿਹਾ ਹੈ, ਬਹੁਤ ਤਰੀਕੇ ਨਾਲ ਕਿਹਾ ਹੈ, ਕਿਉਂਕਿ ਵੱਖ ਵੱਖ ਤਰ੍ਹਾਂ ਦੇ ਮਨੁੱਖ ਹਨ, ਵੱਖ ਵੱਖ ਢੰਗ ਹਨ ਜੀਣ ਦੇ, ਵੱਖ ਵੱਖ ਤਰੀਕੇ ਹਨ, ਵੱਖ ਵੱਖ ਸਮਝ ਹੈ, ਵੱਖ ਵੱਖ ਸੋਚ ਹੈ। ਸੰਸਾਰ ਦੇ ਨਾਲ ਵੀ ਵੱਖ ਵੱਖ ਢੰਗ ਨਾਲ ਜੁੜੇ ਹੋਏ। ਇਸੇ ਕਰਕੇ ਅਨੇਕ ਮਾਰਗ ਹਨ ਨਾ ਪਰਮਾਤਮਾ ਵੱਲ। ਦਰਅਸਲ ਪਰਮਾਤਮਾ ਵੱਲ ਨੂੰ ਉਨੇ ਹੀ ਮਾਰਗ ਹਨ ਜਿੰਨੇ ਲੋਕ ਹਨ। ਹਰ ਇੱਕ ਦਾ ਅਲੱਗਾ ਮਾਰਗ ਹੋਵੇਗਾ। ਉਹ ਮਹਾਨ ਹੈ, ਉਹ ਛੋਟਾ ਮੋਟਾ ਪਹਾੜ ਥੋੜ੍ਹੀ। ਤੇ ਉੱਧਰ ਨੂੰ ਬਹੁਤ ਮਾਰਗ ਹਨ। ਤੇ ਇਸ ਕਰਕੇ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ, ਨਾ ਹੀ ਕਿਸੇ ਨੂੰ ਬਹੁਤਾ ਉਪਦੇਸ਼ ਦੇਣਾ ਚਾਹੀਦਾ ਵੀ ਇਉਂ ਹੀ ਕਰ। ਕਈਆਂ ਨੂੰ ਪਤਾ ਨਹੀਂ ਹੁੰਦਾ ਹੈ, ਉਹ ਆਪਣੀ ਹੀ ਗੱਲ ਦੁਹਰਾਈ ਜਾਂਦੇ ਹਨ ਵੀ ਇਹੋ ਹੀ ਕੰਮ ਕਰੋ ਜੋ ਮੈਂ ਕਰਦਾ, ਇੱਦਾਂ ਹੀ ਸਿਮਰਨ ਕਰੋ, ਇੱਦਾਂ ਹੀ ਚਿੰਤਨ ਕਰੋ। ਤੇ ਦੂਸਰਿਆਂ ਕੋਲ ਹੁੰਦਾ ਨਹੀਂ। ਹੁਣ ਸਾਰੇ ਥੋੜ੍ਹਾ ਕਰ ਸਕਦੇ ਆ। ਜਿਹਨੇ ਇੱਕ ਨੇ ਪਾ ਲਿਆ ਜਿਹੜੇ ਢੰਗ ਨਾਲ, ਉਸ ਢੰਗ ਨਾਲ ਦੂਸਰਾ ਨਹੀਂ ਪਾ ਸਕਦਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਵਾਲੀ, ਕਿਉਂਕਿ ਉਹਦਾ ਆਪਣਾ ਢੰਗ ਹੁੰਦਾ। ਉਹਨੇ ਜਿਸ ਢੰਗ ਨਾਲ ਜਾਣਿਆ ਹੈ, ਉਸ ਢੰਗ ਦੇ ਨਾਲ ਦੂਸਰਾ ਨਹੀਂ ਜਾਣ ਸਕਦਾ। ਉਹਦਾ ਢੰਗ ਵੱਖਰਾ ਹੋਵੇਗਾ, ਉਹਨੂੰ ਵੱਖ ਢੰਗ ਦੇ ਨਾਲ ਖਿਆਲ ਵਿੱਚ ਆਵੇਗੀ ਗੱਲ। ਤੇ ਇਸ ਕਰਕੇ ਹਰ ਢੰਗ ਦੇ ਨਾਲ ਸਮਝਾਈ ਜਾਂਦੀ ਹੈ, ਹਰ ਤਰੀਕੇ ਦੇ ਨਾਲ ਦੱਸਿਆ ਜਾਂਦਾ ਹੈ। ਇਸ ਕਰਕੇ ਪ੍ਰਮਾਣ ਵੀ ਵੱਖ ਵੱਖ ਦਿੱਤੇ ਜਾਂਦੇ ਹਨ, ਸਮਝਾਇਆ ਵੀ ਵੱਖ ਵੱਖ ਢੰਗ ਨਾਲ ਜਾਂਦਾ। ਵੀ ਬਹੁਤ ਸਾਰੇ ਸਰੋਤੇ ਹਨ, ਬਹੁਤ ਢੰਗ ਦੇ ਨਾਲ ਚੱਲ ਰਹੇ ਹਨ। ਤੇ ਕੋਈ ਪ੍ਰੇਮ ਦੇ ਮਾਰਗ ਤੇ ਚੱਲੇਗਾ, ਕੋਈ ਭਾਵਨਾ ਦੇ ਮਾਰਗ ਤੇ ਚੱਲੇਗਾ, ਕੋਈ ਧਿਆਨ ਦੇ ਮਾਰਗ ਤੇ ਚੱਲੇਗਾ। ਤੇ ਜਿਸ ਢੰਗ ਦੇ ਨਾਲ ਕੋਈ ਚੱਲੇਗਾ, ਪ੍ਰੇਮ ਤੇ ਧਿਆਨ ਦੇ ਮਾਰਗ ਤੇ ਵੀ ਹੋਵੇਗਾ ਤਾਂ ਹੀ ਚੱਲੇਗਾ ਨਾ। ਜਿਹਨੂੰ ਸੁਣ ਰਿਹਾ ਹੈ, ਅਗਰ ਉਹਦੇ ਨਾਲ ਭਾਵਨਾ ਨਹੀਂ ਹੈ, ਪ੍ਰੇਮ ਨਹੀਂ ਹੈ, ਤੇ ਉਹਨੂੰ ਸੁਣੇਗਾ ਹੀ ਨਹੀਂ, ਸਮਝੇਗਾ ਹੀ ਨਹੀਂ, ਫਿਰ ਚੱਲੇਗਾ ਕਿ ਭਾਵਨਾ ਦੁਆਰਾ ਹੀ ਹੋਵੇਗਾ। ਭਾਵਨਾ ਤੇ ਜ਼ਰੂਰੀ ਹੈ। ਤੇ ਜਿੰਨਾ ਭਾਵ ਹੋਵੇਗਾ ਗਹਿਰਾ, ਓਨਾ ਹੀ ਤੁਸੀਂ ਸਮਝੋਗੇ। ਤੇ ਬੜਾ ਹੀ ਪਿਆਰਾ ਉਪਦੇਸ਼ ਹੈ ਇਹ, ਅਗਰ ਤੁਹਾਨੂੰ ਖਿਆਲ ਵਿੱਚ ਆ ਜਾਵੇ ਕਿ ਸੰਸਾਰ ਦੇ ਵਿੱਚ ਹੀ ਤੁਹਾਡੀ ਹਉਂ ਪੈਦਾ ਹੋ ਰਹੀ ਹੈ, ਮੈਂ ਪੈਦਾ ਹੋ ਰਹੀ। ਬੱਚੇ ਦਾ ਮਨ ਪੈਦਾ ਹੁੰਦਾ ਸੰਸਾਰ ਚ ਆਣ ਕੇ। ਲਿਵ ਉਹਦੀ ਛੁੱਟ ਜਾਂਦੀ ਹੈ, ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਤ੍ਰਿਸ਼ਨਾ ਮਾਇਆ ਅਮਰਤਾ। ਭਾਵ ਕਿ ਸੰਸਾਰ ਨੂੰ ਦੇਖਿਆ, ਦੇਖ ਕੇ ਤੇ ਚਾਹਤ ਪੈਦਾ ਹੋ ਗਈ ਪਾਉਣ ਦੀ, ਵੀ ਇਹਨੂੰ ਮੈਂ ਪਾ ਲਵਾਂ, ਇਹ ਮੇਰਾ ਹੋ ਜਾਵੇ, ਇਹ ਮੇਰੀ ਹੋ ਜਾਵੇ। ਬੱਚਾ ਇੱਦਾਂ ਹੀ ਕਰਦਾ ਹੈ ਨਾ। ਤੁਸੀਂ ਦੇਖਿਆ ਹੈ ਬੱਚੇ ਨੂੰ ਜਿਹੜੀ ਚੀਜ਼ ਚੰਗੀ ਲੱਗੇ
ਉਹ ਚਾਹੁੰਦਾ ਹੈ ਮੈਨੂੰ ਦੇ ਦਿਓ ਫਟਾਫਟ। ਤਾਂ ਉਹਨੂੰ ਫਿਰ ਮੂੰਹ 'ਚ ਪਾਉਂਦਾ ਹੈ ਵੀ ਮੇਰੀ ਆਪਣੀ ਹੋ ਜਾਵੇ, ਵੀ ਉਹ ਬਾਹਰ ਪਈ ਹੋਈ ਤੇ ਕਿਸੇ ਦੀ ਵੀ ਹੋ ਸਕਦੀ। ਬੱਚਾ ਕਹਿੰਦਾ ਮੇਰੇ ਢਿੱਡ ਦੇ ਅੰਦਰ ਚਲੇ ਜਾਵੇ, ਫਿਰ ਤਾਂ ਕੋਈ ਖੋ ਹੀ ਨਹੀਂ ਸਕਦਾ। ਇਹੋ ਹੀ ਹੈ ਨਾ ਪ੍ਰਤੀਕ। ਇੱਕ ਕਹਾਣੀ ਕਹਿੰਦੇ ਕ੍ਰਿਸ਼ਨ ਚੰਦ ਵੱਲ ਦੇਖਦੇ ਹਨ, ਪੂਰਨਮਾਸੀ ਦਾ ਚੰਦ ਬੜਾ ਪਿਆਰਾ ਲੱਗਦਾ, ਤੇ ਆਪਣੀ ਮਾਂ ਨੂੰ ਜਿੱਦ ਕਰਦੇ ਵੀ ਮੈਨੂੰ ਉਹੀ ਚਾਹੀਦਾ। ਉਹ ਕਹਿੰਦੀ ਕੀ ਕਰਨਾ ਹੈ? ਉਹ ਮੂੰਹ ਅੱਡਦਾ ਹੈ ਵੀ ਮੈਂ ਮੂੰਹ 'ਚ ਪਾਉਣਾ। ਬੱਚਾ ਹਰ ਚੀਜ਼ ਹੀ ਮੂੰਹ 'ਚ ਪਾਉਂਦਾ ਹੈ, ਚੰਦ ਵੀ ਮੂੰਹ 'ਚ ਪਾ ਲੈਣਾ। ਦੂਰ ਦੇਖਦਾ, ਬੜਾ ਆਕਰਸ਼ਿਤ ਕਰਦਾ, ਹਰ ਇੱਕ ਨੂੰ ਪਾਉਂਦਾ ਹੈ। ਚੰਦ ਵੱਲ ਨੂੰ ਬੱਚੇ ਉਂਗਲਾਂ ਕਰਦੇ, ਹਰ ਚੀਜ਼ ਜੋ ਸੁੰਦਰ ਹੈ ਉਹਨੂੰ ਪਾਉਣਾ ਚਾਹੁੰਦਾ ਹੈ ਬੱਚਾ। ਤੇ ਉਹਦੀ ਵਾਸ਼ਨਾ ਬਣਦੀ, ਚਾਹਤ ਬਣਦੀ ਸੰਸਾਰ ਵਿੱਚ, ਪਾ ਲਵਾਂ, ਹਾਸਲ ਕਰ ਲਵਾਂ। ਤੋ ਵਾਸ਼ਨਾ ਤੋਂ ਮਨ ਬਣਦਾ ਹੈ, ਚਾਹਤ ਤੋਂ ਮਨ ਬਣਦਾ। ਝੂਠ ਦੀ ਚਾਹਤ ਤੋਂ, ਝੂਠ ਦੀ ਪ੍ਰਾਪਤੀ ਤੋਂ, ਝੂਠ ਦੀ ਵਾਸ਼ਨਾ ਤੋਂ, ਝੂਠੇ ਸੁੱਖਾਂ ਵਾਸਤੇ ਜਿਹੜੀ ਚਾਹਤ ਕੀਤੀ ਜਾਂਦੀ ਉਹਦਾ ਮਨ ਬਣਦਾ। ਤੇ ਮਨ ਵੀ ਵਾਸਤਵਿਕ ਥੋੜ੍ਹੀ ਹੋਏ। ਤੇ ਜੋ ਕੁਛ ਵੀ ਤੁਸੀਂ ਆਪਣੇ ਬਾਰੇ ਜਾਣਦੇ ਹੋ ਸਭ ਝੂਠ ਹੈ। ਇਹ ਝੂਠੇ ਸੰਸਾਰ ਤੋਂ ਉੱਪਰ ਉੱਠਣਾ ਹੈ, ਇਹਨੂੰ ਛੱਡਣਾ ਹੈ। ਸੁਰਤ ਨੂੰ ਅਗਰ ਤੁਸੀਂ ਇਹ ਝੂਠ ਦੇ ਸੰਸਾਰ ਵਿੱਚੋਂ ਕੱਢ ਲਓ ਤੇ ਤੁਸੀਂ ਛੁੱਟ ਗਏ। ਸੁਰਤ ਕਰਕੇ ਹੀ ਫਸੇ ਹੋ, ਚਿੰਤਨ ਕਰਕੇ ਸੰਸਾਰ ਨੂੰ ਸੋਚ ਰਹੇ ਹੋ। ਸੋਚ ਕਿਉਂ ਰਹੇ ਹੋ? ਮੈਂ ਕਾਰਨ। ਤੁਸੀਂ ਕਹਿੰਦੇ ਹੋ ਮੈਂ ਹਾਂ। ਜਿਵੇਂ ਬੁੱਧਾ ਜਲ ਦੇ ਉੱਪਰ ਬਣੇ ਆ, ਲਹਿਰ ਜਲ ਦੇ ਉੱਪਰ ਬਣੀ ਸਾਗਰ ਦੇ ਉੱਪਰ। ਉਹ ਲਹਿਰ ਅਲੱਗਾ ਥੋੜ੍ਹੀ ਹੈ ਸਾਗਰ ਨਾਲ, ਪਰ ਸੋਚ ਲੈਂਦੀ ਹੈ ਮੈਂ ਅਲੱਗਾ ਹਾਂ। ਤੇ ਅਲੱਗਾ ਹੈ ਤੇ ਕੋਸ਼ਿਸ਼ ਕਰਦੀ ਹੈ ਵੀ ਮੈਂ ਜੀਂਦੀ ਰਵਾਂ, ਮੈਂ ਤਕੜੀ ਹੋ ਜਾਵਾਂ, ਮੇਰੇ ਬੱਚੇ ਹੋ ਜਾਣ, ਮੇਰਾ ਪਰਿਵਾਰ ਹੋ ਜਾਵੇ। ਲਹਿਰ ਤਾਂ ਹੈ ਤੇ ਸਾਗਰ ਦੇ ਉੱਪਰ, ਤੇ ਕੋਚਰ ਮਿਟ ਕੇ ਫਿਰ ਸਾਗਰ ਹੀ ਹੋ ਜਾਂਦੀ, ਵਿੱਚੇ ਹੀ ਤੇ ਮਿਟ ਜਾਂਦੀ। ਪਰ ਲਹਿਰ ਤੇ ਬਿਲਕੁਲ ਮਿਟ ਜਾਂਦੀ ਹੈ, ਪਰ ਆਦਮੀ ਜਿਹੜਾ ਹੈ ਨਾ ਇਹਦਾ ਭਾਵ ਰਹਿ ਜਾਂਦਾ ਹੈ। ਭਾਵ ਫਿਰ ਅਗਲੀ ਲਹਿਰ ਦੇ ਵਿੱਚ ਸਵਾਰ ਹੋ ਜਾਂਦਾ ਹੈ, ਦੂਸਰੀ ਲਹਿਰ 'ਚ ਜਿਹੜੀ ਪੈਦਾ ਹੋ ਰਹੀ ਹੈ ਉਹਦੇ ਵਿੱਚ ਸਵਾਰ ਹੋ ਜਾਂਦਾ ਹੈ। ਵਾਸ਼ਨਾ ਰਹਿ ਜਾਂਦੀ ਸੰਸਾਰ ਦੀ, ਉਹ ਫਿਰ ਅਗਲੀ ਲਹਿਰ 'ਚ ਸਵਾਰ ਹੋ ਕੇ ਉਹ ਵਾਸ਼ਨਾ ਫਿਰ ਕਰਦਾ ਵੀ ਮੇਰੇ ਬੱਚੇ ਹੋਣ, ਪਰਿਵਾਰ ਹੋਵੇ, ਜੇ ਹੋਵੇ, ਉਹ ਹੋਵੇ। ਜੋ ਵਾਸ਼ਨਾ ਅਧੂਰੀ ਰਹਿ ਗਈ ਪਿੱਛੇ, ਉਹ ਅਗਲੀ ਲਹਿਰ 'ਚ ਪੂਰੀ ਕਰਨੀ ਹੈ। ਫਿਰ ਨਹੀਂ ਹੁੰਦੀ ਹੈ, ਫਿਰ ਹੋਰ ਅਗਲੀ ਲਹਿਰ 'ਚ ਸਵਾਰ ਹੁੰਦਾ। ਇਸ ਤਰ੍ਹਾਂ ਹੀ ਜੰਮਦਾ ਮਰਦਾ ਰਹਿੰਦਾ, ਆਵਾਗਮਨ। ਤੇ ਲਹਿਰ ਦੀ ਆਪਣੀ ਹੋਂਦ ਨਹੀਂ ਹੈ, ਸਿਰਫ ਵਾਸ਼ਨਾ ਕਰਕੇ ਆਪਣੀ ਹੋਂਦ ਪੈਦਾ ਹੋ ਰਹੀ, ਚਾਹਤ ਕਰਕੇ ਵੀ ਮੈਂ ਵੱਖ ਹਾਂ, ਸੋਚ ਰਹੀ ਹੈ। ਵੱਖ ਹੈ ਨਹੀਂ। ਜਦੋਂ ਚਾਹਤ ਮਿਟ ਜਾਂਦੀ ਹੈ, ਕੋਈ ਚਾਹਤ ਨਹੀਂ ਰਹਿੰਦੀ, ਪੂਰਾ ਧਿਆਨ ਹਟ ਜਾਂਦਾ ਹੈ ਸੰਸਾਰ ਵੱਲੋਂ। ਹਵਾ ਨਿਕਲ ਜਾਂਦੀ ਹੈ, ਮੈਂ ਮਿਟ ਜਾਂਦੀ। ਜਬ ਹਮ ਹੋਤੇ ਤਬ ਤੂ ਨਾਹੀਂ, ਅਬ ਤੂ ਹੀ ਮੈਂ ਨਾਹੀਂ। ਹੁਣ ਕਹਿੰਦੇ ਮੈਂ ਨਹੀਂ ਹਾਂ, ਰਵਿਦਾਸ ਨਹੀਂ ਰਹਿ ਗਿਆ, ਹੁਣ ਤੇ ਪਰਮਾਤਮਾ ਹੀ। ਇਹ ਵੈਸੇ ਹੀ ਹੋਇਆ ਜਿਵੇਂ ਲਹਿਰ ਦਾ ਸਾਗਰ ਦੇ ਵਿੱਚ ਸਮਾ ਜਾਣਾ, ਬੁੱਧ ਦਾ ਮਿਟ ਜਾਣਾ। ਜਲ ਕਾ ਜਲ ਹੋਊਗਾ ਰਾਮ, ਜਲ ਦਾ ਜਲ ਹੋ ਗਿਆ। ਤੇ ਬਹੁਤ ਹੀ ਪਿਆਰਾ ਪ੍ਰਮਾਣ ਦੇ ਕੇ ਸਮਝਾਉਂਦੇ ਹਨ। ਪਰ ਐਸੇ ਜਿਹੜੇ ਸ਼ਬਦ ਹਨ ਨਾ, ਇਹ ਉਹ ਹੀ ਗੁਰਮੁਖ ਪਿਆਰਾ ਸਮਝ ਸਕਦਾ ਹੈ ਜਿਹੜਾ ਵਾਸਤਵਿਕ ਦੇ ਵਿੱਚ ਮੁਕਤ ਹੋਣਾ ਚਾਹੁੰਦਾ ਹੈ। ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਆਮ ਸਾਧਾਰਨ ਜਿਹੜਾ ਬਾਹਰ ਮੁਖੀ ਧਾਰਮਿਕ ਹੈ ਨਾ, ਉਹਨਾਂ ਨੂੰ ਥੋੜ੍ਹੀ ਸਮਝ ਵਿੱਚ ਆਉਂਦੀ ਹੈ ਇਹੋ ਜਿਹੀ ਉਪਦੇਸ਼, ਉਹ ਪੜ੍ਹ ਲੈਂਦੇ ਹਨ, ਸਮਝ ਵਿੱਚ ਨਹੀਂ ਆ ਸਕਦੇ ਹਨ, ਖਿਆਲ ਵਿੱਚ ਨਹੀਂ ਆ ਸਕਦੇ, ਕਿਉਂਕਿ ਉਹ ਸੰਸਾਰ ਦੇ ਵਿੱਚ ਪੂਰੇ ਲੱਗੇ ਹੋਏ ਹਨ, ਜਿਹੜੇ ਵਾਸ਼ਨਾਗ੍ਰਸਤ ਚਾਹਤ ਨੂੰ ਲੈ ਕੇ ਚੱਲ ਰਹੇ, ਸੋਚ ਰਹੇ ਅੱਠੇ ਪੈਰ। ਉਹ ਸੁਣ ਲੈਣਗੇ, ਬਹੁਤ ਸਾਰੇ ਸਰੋਤੇ ਸੁਣਦੇ ਹਨ ਇੱਦਾਂ,
ਪਰ ਸਮਝ 'ਚ ਕੁਛ ਵੀ ਨਹੀਂ ਆਉਂਦਾ ਉਹਨਾਂ ਨੂੰ, ਕਿਉਂਕਿ ਸਮਝ ਤੇ ਤਾਂ ਹੀ ਆਵੇਗਾ ਜੇ ਤੁਸੀਂ ਨਿਕਲੋਗੇ, ਖਿਆਲ ਕਰੋਗੇ। ਜਿੰਨਾ ਜਿੰਨਾ ਨਿਕਲੋਗੇ ਉਨੀ ਉਨੀ ਗੱਲ ਸਮਝ ਵਿੱਚ ਆਵੇਗੀ। ਥੋੜ੍ਹਾ ਜਿਹਾ ਬਾਹਰ ਆਓਗੇ ਸੰਸਾਰ 'ਚੋਂ ਤਾਂ ਹੀ ਬਾਹਰ ਦੀ ਗੱਲ ਸਮਝੋਗੇ ਨਾ। ਹੁਣ ਵਿੱਚ ਗੱਭੇ ਖੜੇ ਹੋ ਸੰਸਾਰ ਦੇ, ਤੇ ਕੋਈ ਬਾਹਰੋਂ ਤੁਹਾਨੂੰ ਪੁਕਾਰ ਰਿਹਾ ਹੈ, ਕੁਛ ਕਹਿ ਰਿਹਾ, ਤਾਂ ਉਹਦੀ ਬਾਹਰ ਥੋੜ੍ਹੀ ਆਣ ਕੇ ਗੱਲ ਸੁਣੋਗੇ। ਸੰਸਾਰ 'ਚੋਂ ਦਲਦਲ 'ਚ ਕੋਲੇ ਆਣ ਕੇ, ਜਿਵੇਂ ਮੈਂ ਕਿਹਾ ਵੀ ਉਹ ਖਿੜਕੀ 'ਚ ਪੁਕਾਰ ਰਿਹਾ ਹੈ, ਮਹਿਲ ਦੀ 'ਚ ਸੱਤ ਦੀ ਖਿੜਕੀ 'ਚ ਖੜਾ ਹੋਇਆ। ਥੋੜ੍ਹਾ ਖਿੜਕੀ ਦੇ ਕੋਲ ਤੇ ਆਓ, ਤੁਸੀਂ ਆ ਕੇ ਤੁਸੀਂ ਧਿਆਨਪੂਰਵਕ ਸੁਣੋਗੇ ਵੀ ਕੀ ਕਹਿ ਰਿਹਾ ਹੈ, ਤਾਂ ਹੀ ਸਮਝੋਗੇ। ਇਵੇਂ ਹੀ ਜਿਹੜਾ ਖਿੜਕੀ ਦੇ ਕੋਲ ਆਉਂਦਾ ਹੈ, ਜਿਹੜਾ ਥੋੜ੍ਹਾ ਜਿਹਾ ਸੰਸਾਰ ਦੇ ਵਿੱਚੋਂ ਬਾਹਰ ਨੂੰ ਆਉਂਦਾ ਹੈ, ਧਿਆਨ ਹਟਾਉਂਦਾ ਹੈ, ਉਹਨੂੰ ਮੁੱਖ ਹੁੰਦਾ ਹੈ, ਗੁਰਮੁਖ ਹੁੰਦਾ ਹੈ। ਮੁੱਖ ਜਿਹਦਾ ਗੁਰੂ ਵੱਲੋਂ ਹੁੰਦਾ ਹੈ, ਉਹ ਹੀ ਸੁਣਦਾ ਹੈ, ਮਨਮੁਖ ਥੋੜ੍ਹੀ ਸੁਣਦਾ। ਤਦੇ ਕਿਹਾ ਹੈ ਨਾ, ਕੂੜ ਕੁੜਿਆਰੀ ਜਾਏ ਰਲੇ। ਜਿਹੜੇ ਸੰਸਾਰ ਕੂੜ ਹੈ, ਤੇ ਕੂੜ ਦੇ ਵਿੱਚ ਜਿਨ੍ਹਾਂ ਦਾ ਧਿਆਨ ਹੈ ਉਹ ਵੀ ਕੂੜ ਹੀ ਹੈ ਨਾ। ਕੂੜ ਕੁੜਿਆਰੀ, ਕੁੜਿਆਰੀ ਇੱਕ ਮਾਇਆ ਹੈ, ਤੇ ਇੱਕ ਉਹਦੇ ਵਿੱਚ ਧਿਆਨ ਲਾਉਣ ਵਾਲਾ ਕੂੜ। ਤਾਂ ਉਹ ਤਾਂ ਮਾਇਆ ਦੇ ਪਿੱਛੇ ਹੀ ਜਾ ਰਿਹਾ ਹੈ, ਮਾਇਆ ਦੇ ਨਾਲ ਹੀ ਰਲੇਗਾ, ਸੰਸਾਰ ਦੇ ਨਾਲ ਹੀ ਰਲੇਗਾ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚ ਯਾਰ, ਜਿਹੜੇ ਸੱਚ ਨਾਲ ਪਿਆਰ ਕਰਨ ਵਾਲੇ ਹਨ, ਜਿਨ੍ਹਾਂ ਨੇ ਸੱਚ ਨੂੰ ਯਾਰ ਬਣਾ ਲਿਆ। ਹੁਣ ਝੂਠ ਵੱਲ ਨੂੰ ਮੁੱਖ ਮੋੜ ਦਿੱਤਾ, ਹੁਣ ਨਹੀਂ ਪਰਵਾਹ ਕਰਦੇ ਹਨ। ਝੂਠੇ ਲੋਕ ਜੋ ਮਰਜ਼ੀ ਕਹੀ ਜਾਣ, ਹੁਣ ਉੱਧਰੋਂ ਉਹਨਾਂ ਨੇ ਮੁੱਖ ਮੋੜ ਲਿਆ। ਹੁਣ ਉਹ ਚੱਲ ਪਏ ਸੱਤ ਵੱਲ। ਸੱਤ ਦੇ ਯਾਰ ਹੋ ਗਏ, ਆਸ਼ਕ ਹੋ ਗਏ, ਦੀਵਾਨੇ ਹੋ ਗਏ, ਪਰਵਾਨੇ ਹੋ ਗਏ, ਚੱਲ ਪਏ। ਉਹਨਾਂ ਨੂੰ ਐਸੇ ਉਪਦੇਸ਼ ਸਮਝ ਵਿੱਚ ਆਉਂਦੇ ਹਨ, ਜਿੰਨੇ ਸਮਝ ਵਿੱਚ ਆਉਂਦੇ ਹਨ, ਖਿਆਲ ਵਿੱਚ ਆਉਂਦੇ ਹਨ, ਉਹਨੇ ਉਹ ਹੋਰ ਚੱਲਦੇ ਹਨ। ਪਰ ਆਖਰਕਾਰ ਜਾਣਾ ਤੇ ਸਾਰਿਆਂ ਨੇ ਇੱਥੇ ਹੀ ਹਨ, ਸੱਤ ਦੇ ਵਿੱਚ ਆਉਣਾ ਹੀ ਹੈ। ਤੇ ਗੁਰਮੁਖ ਲਾਹਾ ਲੈ ਕੇ ਉਹ ਲਾਹਾ ਲੈ ਜਾਂਦੇ ਹਨ। ਇਹ ਜੀਵਨ ਆਹ ਇਹੋ ਹੀ ਲਾਹਾ ਹੈ, ਸੱਤ ਦੇ ਵਿੱਚ ਜੀਣਾ, ਨਿਸ਼ਚਿੰਤਤਾ ਦੇ ਨਾਲ, ਪਰਮ ਆਨੰਦ ਦੇ ਵਿੱਚ ਵਿਕਾਸ। ਨਾਨਕ ਭਗਤਾਂ ਸਦਾ ਵਿਕਾਸ ਖੇੜਾ। ਜਿਹੜਾ ਹੁਣ ਖਿਆਲ ਕਰੋ ਸੰਸਾਰ ਤੋਂ ਉੱਪਰ ਹੈ, ਕਮਲ ਦੇ ਫੁੱਲ ਤੇ ਸੁੰਦਰ ਪੰਖੜੀਆਂ ਤੇ ਕੋਮਲ ਪੰਖੜੀਆਂ ਤੇ ਵਿਸ਼ਰਾਮ ਕਰ ਰਿਹਾ, ਉਹਦੇ ਬਾਰੇ ਸੋਚੋ ਤੁਸੀਂ। ਚਿੰਤਾ ਹੀ ਕੋਈ ਨਹੀਂ, ਨਿਸ਼ਚਿੰਤ। ਤੇ ਉਧਰ ਨੂੰ ਆਉਣ ਵਾਸਤੇ ਸੰਸਾਰ ਤੋਂ ਉੱਪਰ ਉੱਠਣਾ ਹੈ। ਮਨ ਬੁੱਧੀ ਚਿੱਤ ਅਹੰਕਾਰ ਸਭ ਤੋਂ ਉੱਪਰ ਉੱਠਣਾ ਹੈ। ਐਸਾ ਹੀ ਕਹਿ ਰਹੇ ਹਨ, ਸਰਬੇ ਏਕ ਅਨੇਕੇ ਸੁਆਮੀ ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੀਰੇ ਸਹਜੇ ਹੋਏ। ਕਹਿੰਦੇ ਸਭ ਘਟ ਇਸ ਸਰੀਰ ਰੂਪੀ ਘੜੇ ਦੇ ਅੰਦਰ ਸਾਰਿਆਂ ਦੇ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਬੜਾ ਹੀ ਨੇੜੇ, ਦੂਰ ਥੋੜ੍ਹੀ। ਸਰੀਰ ਕਰਕੇ ਦੂਰ ਹੋ ਸਕਦਾ, ਗੁਰੂ ਵੀ ਸਰੀਰ ਕਰਕੇ ਦੂਰ ਹੁੰਦਾ ਹੈ। ਗੁਰੂ ਤੇ ਪ੍ਰਮਾਤਮਾ 'ਚ ਭੇਦ ਥੋੜ੍ਹੀ ਹੁੰਦਾ। ਜਿਹੜਾ ਹੁਣ ਲਹਿਰ ਕਰਕੇ ਰਿਹਾ ਹੀ ਨਹੀਂ, ਮੈਂ ਕਰਕੇ ਰਿਹਾ ਹੀ ਨਹੀਂ, ਉਹ ਤੇ ਸਾਗਰ ਕਰਕੇ ਮੌਜੂਦ ਹੈ ਨਾ। ਇਸੇ ਕਰਕੇ ਕਿਹਾ ਗੁਰ ਪਰਮੇਸ਼ਰ ਇੱਕੋ ਜਾਨ, ਜਾਮੇ ਭੇਦ ਨ ਰੰਗ ਪਹਿਚਾਨ। ਉਹ ਤੇ ਸਾਗਰ ਕਰਕੇ ਮੌਜੂਦ ਹੈ, ਉਹ ਤੋਂ ਦੂਰ ਨਹੀਂ ਹੈ ਕੋਈ। ਦੂਰੀ ਹੋ ਸਕਦੀ ਹੈ, ਨਾਮ ਪ੍ਰੇਮ ਹੋਵੇ ਕਿਸੇ ਨੂੰ ਤਾਂ ਦੂਰ ਹੋ। ਜਦੋਂ ਪ੍ਰੇਮ ਹੋਵੇਗਾ, ਭਾਵਨਾ ਹੋਵੇਗੀ ਤਾਂ ਨੇੜੇ। ਦੂਰੀ ਨਹੀਂ ਹੈ। ਹਾਥ ਪੈ ਨੇਰੇ,
ਹੱਥ ਤੋਂ ਵੀ ਨੇੜੇ, ਤੁਹਾਡੇ ਕੋਲ ਹੀ, ਤੁਹਾਡੇ ਅੰਦਰੇ ਹੀ। ਸੁਣੋ ਉਹਦੀ ਆਵਾਜ਼, ਪਿਆਰੇ ਜੀ ਪੁਕਾਰ ਰਿਹਾ ਹੈ ਤੁਹਾਡੇ ਅੰਦਰ।